9 ਮਾਰਚ 1739 ਨੂੰ ਨਾਦਰ ਸ਼ਾਹ ਦਿੱਲੀ ਤੇ ਹਮਲਾ ਕਰਦਾ ਹੈ ਤੇ ਲਗਭਗ 3 ਮਹੀਨੇ ਤੱਕ ਰੱਜ ਕੇ ਲੁੱਟ ਖੋਹ ਕਰਨ ਤੋਂ ਬਾਅਦ ਜਦੋਂ 25 ਮਈ 1739 ਨੂੰ ਗੱਡਿਆਂ ਦੇ ਗੱਡੇ ਸੋਨਾ ਚਾਂਦੀ ਹੀਰੇ ਜਵਾਹਰਾਤ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੜਕੀਆਂ ਨੂੰ ਅਗਵਾ ਕਰਕੇ ਲਿਜਾ ਰਿਹਾ ਹੁੰਦਾ ਹੈ ਤਾਂ ਚਨਾਬ ਦਰਿਆ ਦੇ ਕੋਲ ਅਖਨੂਰ ਨਗਰ ਦੇ ਬਾਹਰ ਸਿੰਘ ਉਸ ਨੂੰ ਘੇਰਦੇ ਹਨ। ਜਿਹੜੇ ਨਾਦਰ ਸ਼ਾਹ ਨੇ ਪੂਰੀ ਦਿੱਲੀ ਹਕੂਮਤ ਨੂੰ ਰੋਲ ਕੇ ਰੱਖਤਾ ਸੀ, ਜੰਗਲਾਂ ਚੋਂ ਨਿਕਲੇ ਮੁੱਠੀ ਭਰ ਸਿੰਘਾਂ ਦੇ ਜੱਥੇ ਨੇ ਉਸ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਉਸ ਦੇ ਲੁੱਟੇ ਹੋਏ ਧਨ ਦਾ ਕਾਫੀ ਹਿੱਸਾ ਉਸ ਤੋਂ ਖੋਹ ਲਿਆ ਤੇ ਨਾਲ ਹੀ ਅਗਵਾ ਕਰਕੇ ਲਿਜਾ ਰਹੀਆਂ ਲੜਕੀਆਂ ਨੂੰ ਆਜ਼ਾਦ ਕਰਾ ਕੇ ਸੁਰੱਖਿਅਤ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। ਇਸ ਹਮਲੇ ਦੇ ਨਾਲ ਨਾਦਰ ਸ਼ਾਹ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਗੁੱਸੇ ਤੋਂ ਜ਼ਿਆਦਾ ਉਹ ਹੈਰਾਨ ਹੋਇਆ ਕਿ ਆਖਰ ਇਹ ਕੌਣ ਲੋਕ ਹਨ ਜਿਨ੍ਹਾਂ ਮੇਰੀ ਉਸ ਫੌਜ ਦੇ ਵੀ ਪੈਰ ਨਹੀਂ ਲੱਗਣ ਦਿੱਤੇ ਜਿਹੜੀ ਹੁਣੇ-ਹੁਣੇ ਦਿੱਲੀ ਹਕੂਮਤ ਨੂੰ ਧੂਲ ਚਟਾ ਕੇ ਆ ਰਹੀ ਹੈ। ਤੇ ਜਦੋਂ ਉਸ ਦੀ ਮੁਲਾਕਾਤ ਲਾਹੌਰ ਦੇ ਫੌਜਦਾਰ ਖਾਨ ਬਹਾਦਰ ਜ਼ਕਰੀਆ ਖਾਨ ਨਾਲ ਹੁੰਦੀ ਹੈ ਤਾਂ ਇਹੀ ਸਵਾਲ ਉਹ ਉਸ ਨੂੰ ਵੀ ਕਰਦਾ ਹੈ। ਜ਼ਕਰੀਆ ਖਾਨ ਦੱਸਦਾ ਹੈ ਕਿ ਇਹ ਲੋਕ ਸਿੱਖ ਹਨ ਜੋ ਜੰਗਲਾਂ 'ਚ ਰਹਿੰਦੇ ਹਨ ਤੇ ਪੱਤੇ ਤੇ ਝਾੜੀਆਂ ਖਾ ਕੇ ਜਿਉਂਦੇ ਹਨ। ਇਹਨਾਂ ਨੂੰ ਜੰਗਲਾਂ 'ਚ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਨਾ ਮਨਜ਼ੂਰ ਹੈ, ਪਰ ਇਹ ਆਪਣੇ ਜ਼ਮੀਰ ਨਾਲ ਸਮਝੌਤਾ ਨਹੀਂ ਕਰ ਸਕਦੇ। ਇਹ ਸਾਰੀਆਂ ਗੱਲਾਂ ਸੁਣ ਕੇ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਸਲਾਹ ਦਿੰਦਾ ਹੈ ਕਿ ਜਿਹੜੇ ਹਿਸਾਬ ਨਾਲ ਮੈਂ ਇਹਨਾਂ ਦੀਆਂ ਸਿਫਤਾਂ ਸੁਣ ਰਿਹਾ ਹਾਂ, ਤੂੰ ਬਚ ਕੇ ਰਹੀਂ ਕਿਤੇ ਤੇਰਾ ਤਖਤਾ ਪਲਟ ਨਾ ਕਰ ਦੇਣ। ਹਕੂਮਤ ਦੀਆਂ ਕੀਤੀਆਂ ਸਖਤੀਆਂ ਤੇ ਕਤਲੇਆਮ ਕਰਕੇ ਸਿੱਖ ਤਾਂ ਪਹਿਲਾਂ ਹੀ ਗਿਣਵੇਂ ਚੁਣਵੇਂ ਰਹਿ ਗਏ ਸਨ ਤੇ ਉਹ ਵੀ ਜੰਗਲਾਂ 'ਚ ਲੁੱਕ ਕੇ ਰਹਿੰਦੇ ਸਨ। ਪਰ ਨਾਦਰ ਸ਼ਾਹ ਦੀ ਕਹੀ ਗੱਲ ਜ਼ਕਰੀਆ ਖਾਨ ਦੇ ਦਿਲ ਵਿੱਚ ਸੂਈ ਦੀ ਤਰ੍ਹਾਂ ਚੁੱਭ ਗਈ ਤੇ ਉਸਨੇ ਤੁਰੰਤ ਐਲਾਨ ਕਰਵਾਇਆ, ਜੋ ਸਿੰਘਨ ਕੋ ਦੱਸੇ ਗ੍ਰਾਮ ਹਮ ਤੇ ਲੈਵੇ ਬਹੁਤ ਇਨਾਮ, ਸਿੰਘਨ ਖੂਨ ਮਾਫ ਹਮ ਕੀਨੋ ਜਿਤ ਲੱਭੇ ਤਿਤ ਮਾਰੇ ਚੀਨੋ, ਲੂਟ ਕੂਟ ਉਹਦੀ ਮਾਫ ਕਰੀ ਲਿਖਤ ਹਮਾਰੀ ਜੋ ਹੈ ਖਰੀ। ਯਾਨੀ ਕਿ ਅੱਜ ਤੋਂ ਅਸੀਂ ਸਿੰਘਾਂ ਦੇ ਖੂਨ ਮਾਫ ਕਰ ਦਿੱਤੇ ਹਨ, ਸਿੰਘਾਂ ਨੂੰ ਲੁੱਟ ਖੋਹ ਕਰਨ ਦੀ ਵੀ ਤੁਹਾਨੂੰ ਪੂਰੀ ਛੂਟ ਦੇ ਦਿੱਤੀ ਹੈ। ਸਿੰਘਾਂ ਨਾਲ ਕੀਤੀ ਲੁੱਟ ਖੋਹ ਜਾਂ ਕਤਲ ਦਾ ਕੋਈ ਮੁਕੱਦਮਾ ਨਹੀਂ, ਕੋਈ ਸੁਣਵਾਈ ਨਹੀਂ ਤੇ ਜੇ ਤੁਹਾਨੂੰ ਕੋਈ ਸਿੱਖ ਦਿਸਦਾ ਹੈ ਤੇ ਤੁਸੀਂ ਉਸ ਨੂੰ ਮਾਰ ਨਹੀਂ ਸਕਦੇ ਤਾਂ ਤੁਸੀਂ ਉਸ ਦਾ ਪਤਾ ਠਿਕਾਣਾ ਆ ਕੇ ਹਕੂਮਤ ਨੂੰ ਦੱਸੋ। ਇਸ ਦੇ ਬਦਲੇ ਵੀ ਤੁਹਾਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਊਗਾ। ਇੱਥੋਂ ਤੱਕ ਕਿ ਜਿਹੜੇ ਸਿੰਘ ਜੰਗਲਾਂ ਚੋਂ ਨਿਕਲ ਕੇ ਚੋਰੀ ਛਿਪੇ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਜਾਂਦੇ ਸਨ, ਉਸਨੇ ਉਹਨਾਂ ਨੂੰ ਵੀ ਰੋਕਣ ਦਾ ਪ੍ਰਬੰਧ ਕਰ ਦਿੱਤਾ। ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦਾ ਇੱਕ ਨਗਰ ਹੈ ਮੰਡਿਆਲੀ। ਉੱਥੋਂ ਦੇ ਚੌਧਰੀ ਦਾ ਨਾਮ ਸੀ ਮਸਾਉਦੀਨ, ਜਿਸ ਨੂੰ ਆਪਾਂ ਆਮ ਭਾਸ਼ਾ ਵਿੱਚ ਮੱਸਾ ਰੰਗੜ ਕਹਿੰਦੇ ਹਾਂ। ਉਸਨੇ ਮੱਸਾ ਰੰਗੜ ਦੀ ਡਿਊਟੀ ਲਾ ਦਿੱਤੀ ਕਿ ਤੇਰੇ ਜੋ ਜੀ ਚਾਹੁੰਦਾ ਹੈ ਤੂੰ ਕਰ, ਪਰ ਇੱਥੇ ਸਰੋਵਰ 'ਚ ਸਿੱਖਾਂ ਦਾ ਇਸ਼ਨਾਨ ਕਰਨ ਆਉਣਾ ਬੰਦ ਕਰਵਾ ਦੇ। ਮੱਸਾ ਰੰਗੜ ਵੀ ਸਿਰੇ ਦਾ ਜ਼ਾਲਮ ਤੇ ਪਾਪੀ ਸੀ। ਉਸ ਨੀਚ ਬੰਦੇ ਨੇ ਮਿੱਟੀ, ਲਿੱਦ, ਹੱਡੀਆਂ, ਚੰਮ ਜੋ ਉਸ ਨੂੰ ਮਿਲਿਆ ਉਸਨੇ ਪਾ ਕੇ ਹਰਮਿੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਉੱਤੋਂ ਤੱਕ ਪੂਰ ਦਿੱਤਾ। ਚਾਰੇ ਪਾਸੇ ਪੂਰ ਦਿੱਤੇ ਸਰੋਵਰ ਦੇ ਵਿੱਚ ਹੁਣ ਸਿਰਫ ਹਰਮਿੰਦਰ ਸਾਹਿਬ ਦੀ ਇਮਾਰਤ ਹੀ ਰਹਿ ਗਈ ਸੀ ਤੇ ਨੀਚਤਾ ਤੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਉਹ ਪਾਪੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਹੀ ਪਲੰਘਾਂ ਢਾਹ ਕੇ ਬੈਠ ਗਿਆ। ਕੁਝ ਸਮੇਂ ਤੱਕ ਸਿੱਖਾਂ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕਿਆ, ਪਰ ਇੱਕ ਦਿਨ ਇੱਕ ਗੁਰੂ ਪਿਆਰਾ ਸਿੱਖ ਭਾਈ ਬੁਲਾਕਾ ਸਿੰਘ ਗੁਰੂ ਚਰਨਾਂ ਦੇ ਦਰਸ਼ਨ ਕਰਨ ਲਈ ਆਇਆ ਤਾਂ ਉਸਨੇ ਗੁਰੂ ਘਰ ਦੀ ਜੋ ਦਸ਼ਾ ਦੇਖੀ, ਪਤਾ ਨਹੀਂ ਉਸਨੇ ਕਿਸ ਤਰ੍ਹਾਂ ਆਪਣੇ ਆਪ ਤੇ ਕਾਬੂ ਪਾਇਆ ਹੋਣਾ। ਗੁਰੂ ਘਰ ਦਾ ਇਹ ਹਾਲ ਵੇਖ ਕੇ ਉਸਨੇ ਫਿਰ ਮੁੜ ਕੇ ਘਰ ਜਾਣਾ ਪਸੰਦ ਨਹੀਂ ਕੀਤਾ। ਕਈ ਹਫ਼ਤਿਆਂ ਤੱਕ ਭਟਕਦਾ ਸਿੰਘਾਂ ਦੀ ਸੂਹ ਲੈਂਦਾ ਉਹ ਬੀਕਾਨੇਰ ਦੀ ਧਰਤੀ ਤੇ ਜੰਗਲਾਂ ਤੇ ਟਿੱਬਿਆਂ 'ਚ ਰਹਿੰਦੇ ਸਿੱਖਾਂ ਦੇ ਇੱਕ ਜੱਥੇ ਨੂੰ ਜਾ ਮਿਲਿਆ। ਉੱਥੇ ਪਹੁੰਚਦੇ ਹੀ ਪਹਿਲਾਂ ਸਿੰਘਾਂ ਨੇ ਬੁਲਾਕਾ ਸਿੰਘ ਨੂੰ ਜਲ ਪਾਣੀ ਪੁੱਛਿਆ, ਪਰ ਜਿੰਨਾ ਚਿਰ ਗੁਰੂ ਪਿਆਰਾ ਸਿੱਖ ਆਪਣਾ ਦੁੱਖੜਾ ਨਾ ਸਾਂਝਾ ਕਰ ਲੈਂਦਾ ਉਸ ਨੂੰ ਜਲ ਪਾਣੀ ਕਿੱਥੋਂ ਲੰਘਣਾ ਸੀ ਭਲਾ। ਉਦੋਂ ਗੁਰੂ ਕੇ ਸਿੰਘ ਆਪਣੇ ਘਰ-ਬਾਰ ਬਾਰੇ, ਆਪਣੇ ਜ਼ਮੀਨਾਂ ਜਾਇਦਾਦਾਂ ਤੇ ਪਰਿਵਾਰਾਂ ਬਾਰੇ ਨਹੀਂ ਪੁੱਛਦੇ ਸਨ। ਸਿੰਘਾਂ ਨੇ ਅਰਜ਼ ਕੀਤੀ ਕਿ ਭਾਈ ਸਾਹਿਬ ਗੁਰੂ ਧਾਮਾਂ ਦਾ, ਗੁਰਦੁਆਰਿਆਂ ਦਾ ਕੀ ਹਾਲ ਹੈ। ਇਹ ਸ਼ਬਦ ਸੁਣਦੇ ਹੀ ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬੁਲਾਕਾ ਸਿੰਘ ਦੀ ਹਾਲਤ ਵੇਖ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ। ਕਹਿਣ ਲੱਗੇ, ਛੇਤੀ ਦੱਸ ਸੱਜਣਾ ਕੀ ਗੱਲ ਹੈ। ਬੁਲਾਕਾ ਸਿੰਘ ਨੇ ਕਿਹਾ, ਜਿਹੜੇ ਹਾਲਾਤ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਬੜੇ ਵੱਡੇ ਜਿਗਰੇ ਕਰਕੇ ਸੁਣਿਓ। ਕਹਿਣ ਲੱਗਾ, ਜਿੱਥੇ ਆਪਣੇ ਗੁਰੂ ਸਾਹਿਬ ਦੀ ਬੀੜ ਦਾ ਪ੍ਰਕਾਸ਼ ਹੁੰਦਾ ਸੀ ਉੱਥੇ ਉਹ ਜ਼ਾਲਮ ਪਾਪੀ ਪਲੰਘਾਂ ਢਾਹ ਕੇ ਬੈਠਾ ਹੈ। ਜਿੱਥੇ ਗੁਰੂ ਸਾਹਿਬ ਦੀ ਚੋਰ ਰੱਖੀ ਜਾਂਦੀ ਸੀ ਉੱਥੇ ਉਸ ਜ਼ਾਲਮ ਨੇ ਆਪਣਾ ਹੁੱਕਾ ਰੱਖਿਆ ਹੋਇਆ ਹੈ। ਜਿੱਥੇ ਬੈਠ ਕੇ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਸਨ ਉੱਥੇ ਹੁਣ ਸਾਰਾ ਦਿਨ ਵੈਸ਼ਵਾ ਦਾ ਨਾਚ ਹੁੰਦਾ ਹੈ ਤੇ ਉਹ ਪਾਨ ਖਾਂਦਾ ਹੈ ਤੇ ਬਿਨਾਂ ਰੋਕ ਟੋਕ ਦੇ ਜਿੱਥੇ ਉਹਦਾ ਜੀ ਕਰਦਾ ਹੈ ਉੱਥੇ ਥੁੱਕਦਾ ਹੈ। ਦਰਬਾਰ ਸਾਹਿਬ ਵਿੱਚ ਹਰ ਰੋਜ਼ ਸ਼ਰਾਬ ਤੇ ਕਬਾਬ ਦੇ ਦੌਰ ਚੱਲਦੇ ਹਨ ਤੇ ਰਾਤ ਨੂੰ ਵੀ ਉਹ ਪਾਪੀ ਉੱਥੇ ਹੀ ਸੌਂਦਾ ਹੈ ਤੇ ਉੱਥੇ ਸੌਣ ਵਾਲੀਆਂ ਵੈਸ਼ਵਾਵਾਂ ਵੀ ਉਹਦੇ ਨਾਲ ਹੀ ਹੁੰਦੀਆਂ ਹਨ। ਜਿੰਨਾ ਚਿਰ ਬੁਲਾਕਾ ਸਿੰਘ ਨੇ ਇਹ ਗੱਲ ਨਹੀਂ ਦੱਸੀ ਸੀ ਉਹਨਾਂ ਚਿਰ ਸਿਰਫ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਇਹ ਗੱਲ ਸੁਣਨ ਤੋਂ ਬਾਅਦ ਹੁਣ ਜੱਥੇ ਦਾ ਇੱਕ ਵੀ ਸਿੰਘ ਇਹੋ ਜਿਹਾ ਨਹੀਂ ਸੀ ਜਿਸ ਦੀਆਂ ਅੱਖਾਂ ਗਿੱਲੀਆਂ ਨਾ ਹੋਣ। ਹਰਮੰਦਰ ਸਾਹਿਬ ਸਿੱਖਾਂ ਦੀ ਆਨ ਬਾਨ ਤੇ ਸ਼ਾਨ ਹੈ, ਇਸ ਤੇ ਕੋਈ ਵੀ ਆਂਚ ਆ ਜਾਵੇ ਗੁਰੂ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਉਸੇ ਵੇਲੇ ਗੁਰੂ ਕੇ ਸਿੰਘਾਂ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਕਿ ਹੈ ਕੋਈ ਏਦਾਂ ਦਾ ਸੂਰਮਾ ਜੋ ਹਰਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦਾ ਬਦਲਾ ਲੈ ਸਕੇ।
ਦੋ ਸਿੰਘ ਉਸੇ ਸਮੇਂ ਜ਼ਿੰਮੇਵਾਰੀ ਲੈਣ ਲਈ ਖੜੇ ਹੋ ਗਏ। ਇੱਕ ਸੀ ਭਾਈ ਸੁੱਖਾ ਸਿੰਘ ਜੀ ਤੇ ਦੂਸਰੇ ਭਾਈ ਮਹਿਤਾਬ ਸਿੰਘ ਜੀ। ਅੱਗੇ ਦੀ ਸਟੋਰੀ ਵੱਲ ਵਧਣ ਤੋਂ ਪਹਿਲਾਂ ਆਪਾਂ ਇੱਕ ਪੰਛੀ ਝਾਤ ਇਹਨਾਂ ਦੋਹਾਂ ਸੂਰਮਿਆਂ ਦੇ ਪਿਛੋਕੜ ਤੇ ਮਾਰਦੇ ਹਾਂ। ਭਾਈ ਸੁੱਖਾ ਸਿੰਘ ਜੀ ਅੰਮ੍ਰਿਤਸਰ ਦੇ ਲਾਗੇ ਮਾੜੀ ਕੰਮੋਕੀ ਨਗਰ 'ਚ ਵਧਣ ਤੋਂ ਪਹਿਲਾਂ ਆਪਾਂ ਇੱਕ ਪੰਛੀ ਝਾਤ ਇਹਨਾਂ ਦੋਹਾਂ ਸੂਰਮਿਆਂ ਦੇ ਪਿਛੋਕੜ ਤੇ ਮਾਰਦੇ ਹਾਂ। ਭਾਈ ਸੁੱਖਾ ਸਿੰਘ ਜੀ ਅੰਮ੍ਰਿਤਸਰ ਦੇ ਲਾਗੇ ਮਾੜੀ ਕੰਮੋਕੀ ਨਗਰ 'ਚ ਰਹਿਣ ਵਾਲੇ ਤਰਖਾਨਾਂ ਦਾ ਲੜਕਾ ਸੀ ਤੇ ਇਹਨਾਂ ਨੇ ਛੋਟੀ ਉਮਰ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ। ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕਣ ਦਾ ਮਤਲਬ ਸੀ ਵੀ ਜੇ ਕਦੀ ਕਿਸੇ ਮਾਤਾ ਨੂੰ ਪੁੱਛਿਆ ਜਾਂਦਾ ਸੀ ਕਿ ਬੀਬਾ ਤੁਹਾਡੇ ਕਿੰਨੇ ਬੱਚੇ ਹਨ ਤਾਂ ਉਹ ਕਹਿੰਦੀ ਸੀ ਕਿ ਮੇਰੇ 5 ਪੁੱਤ ਸਨ, 4 ਰਹਿ ਗਏ। ਅਗਲਾ ਅੱਗੋਂ ਅਫਸੋਸ ਕਰਦਾ ਸੀ ਵੀ ਕੀ ਹੋਇਆ, ਤੇਰੇ ਜਵਾਨ ਪੁੱਤ ਕਿਵੇਂ ਗੁਜ਼ਰ ਗਿਆ? ਤਾਂ ਅੱਗੋਂ ਮਾਤਾ ਕਹਿੰਦੀ ਸੀ ਕਿ ਗੁਜ਼ਰਿਆ ਨਹੀਂ, ਪਰ ਉਹਨੇ ਅੰਮ੍ਰਿਤ ਛਕ ਲਿਆ ਹੈ ਤੇ ਅੱਜ ਨਹੀਂ ਤਾਂ ਕੱਲ ਉਸਨੇ ਸ਼ਹੀਦ ਹੋ ਹੀ ਜਾਣਾ ਹੈ। ਮਤਲਬ ਕਿ ਅੰਮ੍ਰਿਤ ਛਕ ਚੁੱਕੇ ਸਿੰਘ ਬਾਰੇ ਘਰ ਦੇ ਮੰਨ ਲੈਂਦੇ ਸਨ ਕਿ ਮੇਰੇ ਪੁੱਤ ਨੇ ਹੁਣ ਮੁੜ ਕੇ ਵਾਪਸ ਨਹੀਂ ਆਉਣਾ, ਇਹਦਾ ਅੱਜ ਨਹੀਂ ਤਾਂ ਕੱਲ ਸ਼ਹੀਦੀ ਦਾ ਨੰਬਰ ਲੱਗਿਆ ਹੀ ਸਮਝੋ। ਇਸ ਸੁੱਖਾ ਸਿੰਘ ਨੇ ਛੋਟੀ ਉਮਰ ਵਿੱਚ ਹੀ ਅੰਮ੍ਰਿਤ ਛਕ ਲਿਆ। ਮਾਪੇ ਡਰ ਗਏ। ਮਾਪਿਆਂ ਨੇ ਕੀ ਕੀਤਾ ਕਿ ਛੋਟੀ ਜਿਹੀ ਅੱਲੜ ਉਮਰ ਦੇ ਸੁੱਖਾ ਸਿੰਘ ਦੇ ਸੁੱਤੇ ਪਏ ਦੇ ਕੇਸ ਕਤਲ ਕਰ ਦਿੱਤੇ ਤੇ ਜਦੋਂ ਜਾਗਿਆ ਉਸਨੇ ਆਪਣੇ ਕੇਸ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਅੱਧ ਕੱਟੇ ਕੇਸਾਂ ਨੂੰ ਦੇਖ ਕੇ ਕੁਰਲਾ ਉੱਠਿਆ। ਇੰਨਾ ਕੁ ਰੋਇਆ ਬਰਦਾਸ਼ਤ ਨਾ ਹੋਇਆ। ਉਹਨਾਂ ਨੇ ਨਗਰ ਤੋਂ ਬਾਹਰ ਇੱਕ ਖੂਹ ਸੀ, ਉਹਦੇ ਵਿੱਚ ਜਾ ਕੇ ਛਾਲ ਮਾਰ ਦਿੱਤੀ। ਕਹਿਣ ਲੱਗੇ ਕਿ ਸਤਿਗੁਰੂ ਤੇਰੇ ਤੋਂ ਟੁੱਟ ਕੇ ਇੱਕ ਦਿਨ ਵੀ ਨਹੀਂ ਜਿਉਣਾ। ਨਗਰ ਦੇ ਲੋਕ ਇਕੱਠੇ ਹੋ ਕੇ ਗਏ। ਸੁੱਖਾ ਸਿੰਘ ਖੂਹ ਵਿੱਚ ਬੈਠੇ ਹਨ। ਕੁਦਰਤੀ ਉਸ ਸਮੇਂ ਖੂਹ ਵਿੱਚ ਪਾਣੀ ਥੋੜਾ ਸੀ। ਰੱਬ ਦਾ ਸਬਬ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ। ਸੱਟਾਂ ਭਾਵੇਂ ਕਾਫੀ ਲੱਗੀਆਂ ਪਰ ਉਹ ਡੁੱਬ ਨਾ ਸਕੇ। ਲੋਕ ਮਿੰਨਤਾਂ ਕਰਦੇ ਰਹੇ ਕਿ ਬਾਹਰ ਨਿਕਲਿਆ। ਕਹਿੰਦਾ ਨਹੀਂ, ਇਹਨਾਂ ਨੇ ਮੈਨੂੰ ਮੇਰੇ ਗੁਰੂ ਨਾਲੋਂ ਵੱਖ ਕਰ ਦਿੱਤਾ ਹੈ। ਜਿਹੜੇ ਕੇਸਾਂ ਵਿੱਚ ਗੁਰੂ ਦਾ ਅੰਮ੍ਰਿਤ ਪਾਇਆ ਸੀ ਇਹਨਾਂ ਪਾਪੀਆਂ ਨੇ ਉਹਨਾਂ ਕੇਸਾਂ ਨੂੰ ਹੀ ਬੇਅਦਬ ਕਰ ਦਿੱਤਾ। ਮੈਂ ਹੁਣ ਇੱਥੇ ਹੀ ਮਰ ਜਾਊਂਗਾ, ਮੈਂ ਬਾਹਰ ਨਹੀਂ ਨਿਕਲਣਾ। ਨਗਰ ਦੇ ਇੱਕ ਸਿਆਣੇ ਬਜ਼ੁਰਗ ਨੇ ਕਿਹਾ, ਉਹ ਪੁੱਤਰਾ, ਇਹਨਾਂ ਪਾਪੀਆਂ ਨੇ ਤਾਂ ਜੋ ਕਰਤੂਤ ਕਰਨੀ ਸੀ ਕਰ ਵਿਖਾਈ। ਤੂੰ ਕਿਉਂ ਬੁਜ਼ਦਿਲਾਂ ਵਾਲੇ ਕੰਮ ਕਰਕੇ ਸਿੱਖੀ ਨੂੰ ਲਾਜ ਲਵਾਉਣ ਲੱਗਿਆ ਹੈ? ਜੇ ਤੂੰ ਅੰਮ੍ਰਿਤ ਛਕਿਆ ਹੈ ਤਾਂ ਕਿਤੇ ਪੰਥ ਦੇ ਲੇਖੇ ਲੱਗ ਕੇ ਸ਼ਹੀਦ ਹੋ। ਅੰਮ੍ਰਿਤ ਛਕੇ ਵਾਲੇ ਏਦਾਂ ਖੂਹਾਂ 'ਚ ਕੁੱਦ ਕੇ ਨਹੀਂ ਮਰਦੇ। ਤੂੰ ਬਾਹਰ ਆ ਜਾ, ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ ਕਿ ਤੈਨੂੰ ਦੁਬਾਰਾ ਅੰਮ੍ਰਿਤ ਛਕਾ ਦੇਵਾਂਗੇ। ਲੋਕਾਂ ਨੇ ਖੂਹ ਵਿੱਚ ਰੱਸੇ ਸੁੱਟੇ ਤੇ ਉਹਨਾਂ ਨੂੰ ਬਾਹਰ ਕੱਢਿਆ। ਬਾਹਰ ਨਿਕਲਣ ਤੋਂ ਬਾਅਦ ਇਹ ਗੁਰੂ ਪਿਆਰਾ ਸਿੰਘ ਮੁੜ ਕੇ ਘਰ ਨਹੀਂ ਗਿਆ, ਸਿੱਧਾ ਜੰਗਲਾਂ 'ਚ ਜਾ ਕੇ ਸਿੰਘਾਂ ਨਾਲ ਰਲ ਗਿਆ ਤੇ ਉੱਥੇ ਦੁਬਾਰਾ ਅੰਮ੍ਰਿਤ ਛਕ ਲਿਆ। ਇਹਨਾਂ ਦੇ ਨਾਲ ਦੂਸਰੇ ਸਨ ਮਹਿਤਾਬ ਸਿੰਘ ਜੀ। ਹੁਣ ਇਹ ਮਹਿਤਾਬ ਸਿੰਘ ਕੌਣ ਹੈ? ਇਹ ਮਹਿਤਾਬ ਸਿੰਘ ਜੀ ਵੀ ਅੰਮ੍ਰਿਤਸਰ ਦੇ ਲਾਗੇ ਇੱਕ ਨਗਰ ਮੀਰਾਕੋਟ ਦੇ ਰਹਿਣ ਵਾਲੇ ਸਨ। ਇਹਨਾਂ ਨੇ ਵੀ ਬੜੀ ਔਖੀ ਸਿੱਖੀ ਧਾਰਨ ਕੀਤੀ ਸੀ। ਵਿਆਹ ਦੇ ਕੁਝ ਸਾਲਾਂ ਬਾਅਦ ਹੀ ਇਹਨਾਂ ਦੀ ਪਤਨੀ ਆਪਣੇ 1 ਸਾਲ ਦੇ ਪੁੱਤਰ ਨੂੰ ਛੱਡ ਕੇ ਚੜ੍ਹਾਈ ਕਰ ਗਈ ਸੀ ਤੇ ਅੱਜ ਮਹਿਤਾਬ ਸਿੰਘ ਅੰਮ੍ਰਿਤ ਛਕ ਕੇ ਆਇਆ ਹੈ ਤੇ ਰਾਤ ਨੂੰ ਆਪਣੇ ਪੁੱਤਰ ਨਾਲ ਇੱਕੋ ਮੰਜੇ ਤੇ ਲੰਮਾ ਪਿਆ ਹੈ, ਪਰ ਅੱਜ ਉਸ ਨੂੰ ਨੀਂਦ ਨਹੀਂ ਆ ਰਹੀ। ਕਦੇ ਉਹ ਆਪਣੇ ਪੁੱਤ ਵੱਲ ਵੇਖਦਾ ਹੈ ਤੇ ਕਦੇ ਆਪਣੀ ਕਿਰਪਾਨ ਵੱਲ ਵੇਖਦਾ ਹੈ। ਸੋਚ ਰਿਹਾ ਹੈ ਕਿ ਮਹਿਤਾਬ ਸਿੰਘ ਜਾਂ ਤਾਂ ਅੰਮ੍ਰਿਤ ਛੱਡ ਕੇ ਆਪਣੇ ਪੁੱਤਰ ਨੂੰ ਪਾਲ ਲੈ, ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਨਗਰ ਵਿੱਚ ਰਹਿਣ ਦਾ ਤਾਂ ਕੋਈ ਮਾਹੌਲ ਹੀ ਨਹੀਂ ਹੈ, ਤੇ ਜਾਂ ਪੁੱਤਰ ਨੂੰ ਛੱਡ ਕੇ ਜੰਗਲਾਂ ਵਿੱਚ ਚਲਾ ਜਾ ਤੇ ਜਿੰਦ ਕੌਮ ਦੇ ਲੇਖੇ ਲਾ ਦੇ। ਇਹਨਾਂ ਦਾ ਇੱਕ ਪੱਕਾ ਮਿੱਤਰ ਸੀ ਨੱਥੂ ਖਹਿਰਾ, ਜੋ ਕਿ ਇੱਕ ਹਿੰਦੂ ਪਰਿਵਾਰ ਚੋਂ ਸੀ। ਸਾਰੀ ਰਾਤ ਮਹਿਤਾਬ ਸਿੰਘ ਸੌ ਨਾ ਸਕਿਆ ਤੇ ਤੜਕੇ ਮੂੰਹ ਨੇਰੇ ਜਾ ਕੇ ਹੀ ਉਸਨੇ ਨੱਥੂ ਖਹਿਰੇ ਦਾ ਬੂਹਾ ਖੜਕਾ ਦਿੱਤਾ। ਕਹਿਣ ਲੱਗੇ, ਮਾਫ ਕਰੀ ਸੱਜਣਾ, ਕਵੇਲੇ ਆਇਆ ਪਰ ਮੈਂ ਸਾਰੀ ਰਾਤ ਸੌ ਨਹੀਂ ਪਾਇਆ। ਕਾਰਨ ਦੱਸਦੇ ਹੋਏ ਮਹਿਤਾਬ ਸਿੰਘ ਨੇ ਅੱਗੇ ਕਿਹਾ ਕਿ ਮੈਂ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਹਾਂ ਤੇ ਹੁਣ ਮੈਂ ਜੰਗਲਾਂ ਵਿੱਚ ਚਲੇ ਜਾਣਾ ਹੈ, ਕਿਉਂਕਿ ਨਗਰ ਵਿੱਚ ਰਹਿਣ ਦਾ ਤਾਂ ਕੋਈ ਮਾਹੌਲ ਹੀ ਨਹੀਂ ਹੈ। ਘਰ ਵਾਲੀ ਮੇਰੀ ਚੜ੍ਹਾਈ ਕਰ ਚੁੱਕੀ ਹੈ। ਕੀ ਤੂੰ ਮੇਰੇ ਪੁੱਤਰ ਨੂੰ ਸੰਭਾਲ ਸਕਦਾ ਹੈ? ਅੰਮ੍ਰਿਤ ਵੇਲੇ ਦਾ ਸਮਾਂ ਹੈ। ਨੱਥਾ ਮਹਿਤਾਬ ਸਿੰਘ ਨੂੰ ਘੁੱਟ ਕੇ ਗਲਵਕੜੀ ਵਿੱਚ ਲੈ ਲੈਂਦਾ ਹੈ ਤੇ ਕਹਿੰਦਾ ਹੈ ਕਿ ਸੱਜਣਾ, ਕੀ ਹੋਇਆ, ਮੈਂ ਹਿੰਦੂ ਹਾਂ, ਮੈਂ ਤੇਰੇ ਪੁੱਤ ਨੂੰ ਆਪਣੇ ਪੁੱਤ ਨਾਲੋਂ ਵੀ ਵੱਧ ਸੰਭਾਲ ਕੇ ਰੱਖੂੰਗਾ। ਮਹਿਤਾਬ ਸਿੰਘ ਆਪਣੇ ਸੁੱਤੇ ਪਏ ਪੁੱਤ ਰਾਏ ਸਿੰਘ ਨੂੰ ਨੱਥੇ ਦੀ ਝੋਲੀ ਵਿੱਚ ਪਾਉਂਦਾ ਹੋਇਆ ਕਹਿੰਦਾ ਹੈ ਕਿ ਨੱਥਿਆ, ਤੂੰ ਹਿੰਦੂ ਹੈ, ਤੇਰੇ ਘਰ ਕੇਸਾਂ ਦੀ ਬੇਅਦਬੀ ਹੋ ਜਾਂਦੀ ਹੈ, ਪਰ ਤੂੰ ਮੇਰੇ ਨਾਲ ਵਾਅਦਾ ਕਰਕੇ ਤੂੰ ਮੇਰੇ ਪੁੱਤਰ ਦੇ ਕੇਸ ਕਤਲ ਨਹੀਂ ਹੋਣ ਦੇਵੇਂਗਾ। ਆਪਣੇ ਜਿਗਰ ਦੇ ਟੋਟੇ ਨੂੰ ਭਾਈ ਨੱਥੂ ਖਹਿਰੇ ਦੀ ਝੋਲੀ ਵਿੱਚ ਪਾ ਕੇ ਮਹਿਤਾਬ ਸਿੰਘ ਭੰਗੂ ਜੰਗਲ ਵਿੱਚ ਸਿੰਘਾਂ ਦੇ ਜੱਥੇ ਵਿੱਚ ਜਾ ਕੇ ਰਲ ਗਿਆ ਤੇ ਭਾਈ ਨੱਥੇ ਨੇ ਕਿਸ ਤਰ੍ਹਾਂ ਆਪਣਾ ਪਰਿਵਾਰ ਵਾਰ ਕੇ ਵੀ ਆਪਣੇ ਫਰਜ਼ ਨੂੰ ਨਿਭਾਇਆ ਤੇ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਜਾਨ ਬਚਾਈ। ਇਹ ਵੀ ਇੱਕ ਬੜਾ ਹੀ ਮਾਨਯੋਗ ਇਤਿਹਾਸ ਹੈ ਤੇ ਇਸੇ ਕੌਮ ਵਿੱਚ ਹੀ ਅੱਗੇ ਚੱਲ ਕੇ ਮਹਾਨ ਵਿਦਵਾਨ ਸਰਦਾਰ ਰਤਨ ਸਿੰਘ ਭੰਗੂ ਨੇ ਜਨਮ ਲਿਆ, ਜਿਨ੍ਹਾਂ ਨੇ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਰਚਨਾਵਾਂ ਵਿੱਚੋਂ ਇੱਕ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਹੈ। ਤੇ ਇਸ ਤੋਂ ਕੁਝ ਪੀੜ੍ਹੀਆਂ ਬਾਅਦ ਇਸ ਕੁਲ ਵਿੱਚ ਇੱਕ ਹੋਰ ਸੂਰਮੇ ਨੇ ਜਨਮ ਲਿਆ, ਜਨਰਲ ਸ਼ਬੇਗ ਸਿੰਘ ਜੀ, ਜਿਨ੍ਹਾਂ 1984 ਦੇ ਘੱਲੂਘਾਰੇ ਦੌਰਾਨ ਸਰਕਾਰ ਨਾਲ ਟੱਕਰ ਲੈਂਦੀ ਸਿੱਖ ਕੌਮ ਦੀ ਅਗਵਾਈ ਕੀਤੀ ਸੀ। ਯਾਨੀ ਕਿ ਆਪਣੇ ਪਰਿਵਾਰ ਨਾਲੋਂ ਵੀ ਵੱਧ ਆਪਣੇ ਫਰਜ਼ ਨੂੰ ਅਹਿਮੀਅਤ ਦੇਣ ਵਾਲੇ ਭਾਈ ਨੱਥੂ ਖਹਿਰੇ ਦੇ ਕਾਰਜਾਂ ਦਾ ਸਦਕਾ ਹੀ ਇਸ ਕੁੱਲ ਦੀਆਂ ਦੋ ਮਹਾਨ ਸ਼ਖਸੀਅਤਾਂ ਨੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ। ਤੇ ਇਸ ਦੇ ਬਦਲੇ ਵਿੱਚ ਅਸੀਂ ਉਹਨਾਂ ਨੂੰ ਕੀ ਦਿੱਤਾ,
ਐਰਾ ਗਹਿਰਾ ਨੱਥੂ ਖਹਿਰਾ। ਕਿਸ ਤਰ੍ਹਾਂ ਇਹ ਬੇਇੱਜ਼ਤੀ ਤੇ ਸ਼ਰਮ ਮਹਿਸੂਸ ਕਰਾਉਣ ਵਾਲੀ ਕਹਾਵਤ ਨੂੰ ਇਸ ਸੂਰਮੇ ਭਾਈ ਨੱਥੂ ਖਹਿਰੇ ਦੇ ਨਾਮ ਨਾਲ ਜੋੜ ਦਿੱਤਾ ਗਿਆ। ਕਿਸ ਤਰ੍ਹਾਂ ਉਹਨਾਂ ਨੇ ਆਪਣਾ ਪਰਿਵਾਰ ਵਾਰ ਕੇ ਵੀ ਭਾਈ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਜਾਨ ਬਚਾਈ, ਇਹ ਸਭ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ। ਤੇ ਆਓ ਹੁਣ ਵਾਪਸ ਚੱਲੀਏ ਉਸ ਮੁੱਖ ਘਟਨਾ ਵੱਲ ਜੋ 11 ਅਗਸਤ 1740 ਨੂੰ ਘਟੀ ਸੀ। ਇਹ ਦੋਵੇਂ ਸੂਰਮੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਉੱਥੋਂ ਬੀਕਾਨੇਰ ਦੀ ਧਰਤੀ ਤੋਂ ਚੱਲੇ। ਕਿਉਂਕਿ ਇਹ ਦੋਵੇਂ ਹੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਰਹਿਣ ਵਾਲੇ ਸਨ, ਇਸ ਕਰਕੇ ਇਹਨਾਂ ਦੋਨਾਂ ਨੂੰ ਹੀ ਗਲੀਆਂ ਰਸਤਿਆਂ ਦੀ ਚੰਗੀ ਤਰ੍ਹਾਂ ਜਾਣਕਾਰੀ ਸੀ। ਉੱਥੇ ਪਹੁੰਚ ਕੇ ਇਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਮੱਸੇਰੰਗੜ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇਹਨਾਂ ਆਪਣੀਆਂ ਪੱਗਾਂ ਮੁਗਲਈ ਤੁਰਕੀ ਤਰੀਕੇ ਨਾਲ ਬੰਨੀਆਂ ਤੇ ਜਿਵੇਂ ਕਿਵੇਂ ਕਰਕੇ ਆਪਣਾ ਪੇਸ਼ ਮੁਗਲਾਂ ਵਰਗਾ ਬਣਾ ਲਿਆ ਤੇ ਇਧਰੋਂ ਉਧਰੋਂ ਠੀਕਰੀਆਂ ਇਕੱਠੀਆਂ ਕਰਕੇ 2 ਬੋਰੇ ਠੀਕਰੀਆਂ ਦੇ ਭਰ ਲਏ ਤੇ ਲੈ ਕੇ ਦਰਬਾਰ ਸਾਹਿਬ ਪਹੁੰਚ ਗਏ। ਉਦੋਂ ਰਸਤਾ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਵਾਲੇ ਪਾਸੇ ਤੋਂ ਹੁੰਦਾ ਸੀ। ਉਸ ਪਾਸੇ ਐਂਟਰ ਹੋ ਕੇ ਇਹਨਾਂ ਨੇ ਇਲਾਇਚੀ ਬੇਰੀ ਕੋਲ ਜਾ ਕੇ ਆਪਣੇ ਘੋੜੇ ਬੰਨੇ। ਪਹਿਰੇਦਾਰਾਂ ਦੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਚੌਧਰੀ ਹਾਂ, ਸਾਡੇ ਵੱਲ ਕਾਫੀ ਮਾਮਲਾ ਬਕਾਇਆ ਸੀ ਤੇ ਅਸੀਂ ਮਾਮਲਾ ਉਤਾਰਨ ਆਏ ਹਾਂ। ਇਜਾਜ਼ਤ ਲੈ ਕੇ ਦੋਵੇਂ ਸੂਰਮੇ ਅੰਦਰ ਤੁਰੇ ਜਾਂਦੇ ਹਨ ਤੇ ਨਾਲ ਨਾਲ ਅਰਦਾਸ ਕਰ ਰਹੇ ਹਨ ਕਿ ਹੇ ਸੱਚੇ ਪਿਤਾ ਪ੍ਰਮਾਤਮਾ, ਆਪਣੇ ਪੁੱਤਰਾਂ ਦੀ ਲਾਜ ਰੱਖਿਓ, ਪਰਦਾ ਤੁਸੀਂ ਹੀ ਕੱਜਣਾ ਹੈ। ਅੱਜ ਇਹ ਸੁੱਖਾ ਸਿੰਘ ਮਹਿਤਾਬ ਸਿੰਘ ਇੱਥੋਂ ਖਾਲੀ ਹੱਥ ਨਾ ਜਾਣ। ਅੰਦਰ ਜਾ ਕੇ ਜਦੋਂ ਉਹਨਾਂ ਦੋਵੇਂ ਬੋਰੀਆਂ ਮੱਸੇ ਦੇ ਸਾਹਮਣੇ ਰੱਖੀਆਂ ਤਾਂ ਇੰਨਾ ਧਨ ਵੇਖ ਕੇ ਮੱਸੇ ਦੀਆਂ ਅੱਖਾਂ 'ਚ ਚਮਕ ਆ ਗਈ। ਉਹ ਚਾਹ 'ਚ ਛਾਲ ਮਾਰ ਕੇ ਪਲੰਘ ਤੋਂ ਉੱਠਿਆ ਤੇ ਜਿਵੇਂ ਹੀ ਨੇੜੇ ਆਇਆ, ਬਿਜਲੀ ਦੀ ਤੇਜ਼ੀ ਨਾਲ ਮਹਿਤਾਬ ਸਿੰਘ ਨੇ ਤੇਗ ਦਾ ਵਾਰ ਕੀਤਾ ਤੇ ਮੱਸੇ ਦਾ ਸਿਰ ਵੱਢ ਕੇ ਉਹ ਮਾਰਿਆ। ਸੁੱਖਾ ਸਿੰਘ ਨੇ ਵੀ ਉਸੇ ਫੁਰਤੀ ਨਾਲ ਹੀ ਉਸ ਦਾ ਸਿਰ ਨੇਜੇ ਤੇ ਟੰਗ ਲਿਆ ਤੇ ਦੋਵੇਂ ਫੁਰਤੀ ਨਾਲ ਘੋੜਿਆਂ ਤੇ ਆ ਕੇ ਸਵਾਰ ਹੋ ਕੇ ਉੱਥੋਂ ਹਵਾ ਦੀ ਤਰ੍ਹਾਂ ਗਾਇਬ ਹੋ ਗਏ। ਤੇ ਉੱਥੋਂ ਜਿਉਂ ਉਹਨਾਂ ਨੇ ਘੋੜਿਆਂ ਨੂੰ ਅੱਡੀਆਂ ਲਾਈਆਂ, ਸਿੱਧਾ ਪਹਿਲਾ ਪੜਾਅ ਆ ਕੇ ਗੰਗਾਨਗਰ ਕੋਲ ਕੀਤਾ। ਮੈਂ ਖੁਦ ਗੰਗਾਨਗਰ ਦਾ ਹੀ ਵਸਨੀਕ ਹਾਂ। ਅੱਜ ਦੇ ਸਮੇਂ ਆਪਾਂ ਬੱਸ ਵਿੱਚ ਜਾਂ ਆਪਣੀ ਗੱਡੀ ਵਿੱਚ ਵੀ ਇੰਨਾ ਲੰਬਾ ਸਫ਼ਰ ਕਰਦੇ ਥੱਕ ਜਾਂਦੇ ਹਾਂ, ਪਰ ਨਾ ਤਾਂ ਇਹ ਸੂਰਮੇ ਥੱਕੇ ਤੇ ਨਾ ਹੀ ਇਹਨਾਂ ਦੇ ਘੋੜੇ। ਤੇ ਅਗਲੇ ਦਿਨ ਇਹਨਾਂ ਸੂਰਮਿਆਂ ਨੇ ਸਿਰ ਲਿਆ ਕੇ ਖਾਲਸੇ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ। ਇਹ ਸਿੱਖਾਂ ਦਾ ਜ਼ਾਲਮ ਹਕੂਮਤ ਨੂੰ ਸਾਫ਼-ਸਾਫ਼ ਪੈਗਾਮ ਸੀ ਕਿ ਗੁਰੂ ਧਾਮਾਂ ਦੀ ਬੇਅਦਬੀਆਂ ਕਰਨ ਵਾਲਿਆਂ ਨੂੰ ਸਿੰਘ ਇਸੇ ਤਰ੍ਹਾਂ ਕਰਨੀ ਦਾ ਫਲ ਦਿੰਦੇ ਰਹਿਣਗੇ। ਤੇ ਭਾਵੇਂ ਪੱਤਾ ਸਿੰਘਾਂ ਦਾ ਵੈਰੀ ਹੋ ਜਾਏ, ਭਾਵੇਂ ਸਿੰਘਾਂ ਨੂੰ ਮੁਕਾਉਣ ਦੀਆਂ ਕਿੰਨੀਆਂ ਹੀ ਕੋਸ਼ਿਸ਼ਾਂ ਕਿਉਂ ਨਾ ਕੀਤੀਆਂ ਜਾਣ, ਸਿੰਘਾਂ ਨੂੰ ਖਤਮ ਕਰਨ ਵਾਲੀਆਂ ਕੌਮਾਂ ਆਪ ਖਤਮ ਹੋ ਜਾਣਗੀਆਂ, ਪਰ ਸਿੰਘ ਖਤਮ ਨਹੀਂ ਹੋਣਗੇ।